ਧੰਨ ਵਾਹਿਗੁਰੂ ਜੀਓ। ਕਬਹੂ ਖੀਰ ਖਾਂਡ ਘਿਓ ਨਾ ਭਾਵੈ, ਕਬਹੂ ਘਰ ਘਰ ਟੂਕ ਮੰਗਾਵੈ, ਕਬਹੂ ਪੂਰਨ ਚਨੇ ਬਿਨਾਵੈ, ਜਿਉ ਰਾਮ ਰਾਖੈ ਤਿਉ ਰਹੀਐ ਰੇ ਭਾਈ, ਹਰ ਕੀ ਮਹਿਮਾ ਕਿਛ ਕਤਨ ਨਾ ਜਾਇ ਰਹਾਉ, ਕਬਹੂ ਤੁਰੇ ਤੁਰੰਗ ਨ ਚਾਵੈ, ਕਬਹੂ ਪਾਏ ਪਨਹਿਓ ਨਾ ਪਾਵੈ, ਕਬਹੂ ਖਾਟ ਸੁਪੇਦੀ ਸੁਆਵੈ, ਕਬਹੂ ਭੂਮ ਪਿਆਰ ਨ ਪਾਵੈ, ਭਨਤ ਨਾਮ ਦਿਓ ਇਕ ਨਾਮ ਨਿਸਤਾਰੈ, ਜਿਹੇ ਗੁਰ ਮਿਲੈ ਤਿਹ ਪਾਰ ਉਤਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਇਕਾਗਰਤਾ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰਦਿਆਂ ਹੋਇਆਂ ਗੁਰੂ ਉਪਦੇਸ਼ ਨਾਲ ਸਾਂਝ ਬਣਾਉਣ ਦਾ ਉਪਰਾਲਾ ਕੀਤਾ ਹੈ। ਰੋਜ਼ਾਨਾ ਦੇ ਦੀਵਾਨਾਂ ਵਿੱਚ ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚੋਂ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਆਪਾਂ ਲੜੀਵਾਰ ਵਿਚਾਰ ਕਰਦਿਆਂ ਹੋਇਆਂ ਭਗਤ ਜੀ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ ਹਾਂ। ਇਸੇ ਲੜੀ ਤਹਿਤ ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਹੁਣੇ ਹੀ ਦਾਸ ਪਾਸੋਂ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1164 ਉੱਪਰ ਰਾਗ ਭੈਰਵ ਦੇ ਵਿੱਚ ਇਹ ਪਾਵਨ ਸ਼ਬਦ ਦਰਜ ਹੈ। ਇਸ ਰਾਗ ਦੇ ਵਿੱਚ ਘਰ ਪਹਿਲੇ ਵਿੱਚ ਭਗਤ ਜੀ ਦੇ ਕੁੱਲ 6 ਸ਼ਬਦ ਦਰਜ ਹਨ। ਉਹਨਾਂ ਦੇ ਵਿੱਚੋਂ ਇਹ ਚੌਥਾ ਸ਼ਬਦ ਹੈ ਜਿਸ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਸ਼ਬਦ ਦਾ ਰਹਾਉ ਵਾਲਾ ਬੰਦ ਹੈ, ਜਿਉ ਰਾਮ ਰਾਖੈ ਤਿਉ ਰਹੀਐ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਏ। ਭਗਤ ਜੀ ਦੇ ਬਾਕੀ ਸਾਰੇ ਸ਼ਬਦ ਨੂੰ ਪੜ੍ਹਨ ਉਪਰੰਤ ਜਦੋਂ ਆਪਾਂ ਰਹਾਉ ਦੇ ਬੰਦ ਵੱਲ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਭਗਤ ਜੀ ਨੇ ਇਹ ਸਮਝਾਉਣ ਦਾ, ਇਹ ਸਾਨੂੰ ਉਪਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਮਨੁੱਖ ਦੇ ਜੀਵਨ ਦੇ ਹਾਲਾਤ ਜਿਹੜੇ ਹਨ ਉਹ ਸਦਾ ਇੱਕੋ ਜਿਹੇ ਨਹੀਂ ਰਹਿੰਦੇ, ਉਹਨਾਂ ਵਿੱਚ ਇੱਕ ਤਬਦੀਲੀ ਲਗਾਤਾਰ ਹੀ ਬਣੀ ਰਹਿੰਦੀ ਹੈ। ਉਹਨਾਂ ਨੇ ਕੁਝ ਉਦਾਹਰਨਾਂ ਵੀ
ਇਸ ਸ਼ਬਦ ਵਿੱਚ ਸਾਂਝੀਆਂ ਕੀਤੀਆਂ ਨੇ, ਜਿਨ੍ਹਾਂ ਨੂੰ ਆਪਾਂ ਵਿਚਾਰਨ ਦਾ ਬਾਅਦ ਵਿੱਚ ਯਤਨ ਕਰਾਂਗੇ। ਸਮਾਂ ਜਿਹੜਾ ਹੈ ਉਹ ਆਪਣੀ ਚਾਲ ਮੁਤਾਬਕ ਚੱਲਦਾ ਹੈ ਅਤੇ ਕਾਫੀ ਕੁਝ ਬਦਲ ਦਿੰਦਾ ਹੈ, ਕਾਫੀ ਕੁਝ ਸਮੇਂ ਨਾਲ ਤਬਦੀਲ ਹੋ ਜਾਂਦਾ ਹੈ। ਜਿਵੇਂ ਮੈਂ ਅੱਗੇ ਵੀ ਇਹ ਉਦਾਹਰਣ ਬਹੁਤ ਵਾਰ ਸਾਂਝੀ ਕੀਤੀ ਹੈ ਕਿ ਮਨੁੱਖ ਪੈਦਾ ਹੁੰਦਾ ਹੈ, ਉਸ ਦੇ ਸਰੀਰ ਦਾ ਪਲ ਪਲ ਫਰਕ ਪੈਂਦਾ ਰਹਿੰਦਾ ਹੈ। ਸਮੇਂ ਦੇ ਲਿਹਾਜ਼ ਨਾਲ ਇਹਨੂੰ ਆਪਾਂ ਵੱਡੇ ਹੋਣਾ ਕਹਿ ਦਿੰਦੇ ਹਾਂ। ਬੱਚਾ ਜਵਾਨ ਹੁੰਦਾ ਹੈ, ਬਿਰਧ ਹੁੰਦਾ ਹੈ। ਸਰੀਰ ਜਿਹੜਾ ਹੈ ਉਹਦੇ ਉੱਤੇ ਸਮਾਂ, ਸਥਿਤੀਆਂ, ਹਰ ਚੀਜ਼ ਕਿੰਨਾ ਪ੍ਰਭਾਵ ਪਾਉਂਦੀ ਹੈ। ਮਨ ਵੀ ਲਗਾਤਾਰ ਸਫ਼ਰ ਕਰਨ ਵਾਲੀ ਚੀਜ਼ ਹੈ। ਮਨ ਉੱਤੇ ਵੀ ਕਈ ਚੀਜ਼ਾਂ ਦਾ ਪ੍ਰਭਾਵ ਪੈਂਦਾ। ਮਨ ਕਿਸੇ ਵੇਲੇ ਕਿਸੇ ਹਾਲਾਤ ਨੂੰ ਲੈ ਕੇ ਉਦਾਸ ਹੋ ਸਕਦਾ ਹੈ, ਕਿਸੇ ਸਿਚੁਏਸ਼ਨ ਵਿੱਚ ਖੁਸ਼ ਹੋ ਸਕਦਾ ਹੈ। ਕਦੇ ਕਦੇ ਇਸ ਦੇ ਅੰਦਰ ਉਤਸ਼ਾਹ ਹੁੰਦਾ ਹੈ, ਕਦੇ ਕਦੇ ਇਸ ਦੇ ਅੰਦਰ ਐਸੇ ਖਿਆਲਾਤ ਭਾਰੂ ਹੁੰਦੇ ਨੇ ਜਿਹੜੇ ਇਸ ਦੇ ਅੰਦਰ ਢਹਿੰਦੀ ਕਲਾ ਪੈਦਾ ਕਰ ਦਿੰਦੇ। ਇਹ ਸਾਰਾ ਕੁਝ ਜਿਹੜਾ ਜਿਸ ਜਿਸ ਹਾਲਾਤ ਵਿੱਚੋਂ ਮਨੁੱਖ ਗੁਜ਼ਰਦਾ ਹੈ, ਉਹਦਾ ਪ੍ਰਭਾਵ ਉਹ ਕਬੂਲ ਕਰ ਲੈਂਦਾ। ਵਕਤੀ ਤੌਰ ਉੱਤੇ ਹਾਲਾਤ ਜਿਹੜੇ, ਜਿਹੋ ਜਿਹੀ ਸਿਚੁਏਸ਼ਨ, ਜਿਹੋ ਜਿਹੇ ਹਾਲਾਤ ਸਾਹਮਣੇ ਹਨ, ਉਹਨਾਂ ਦਾ ਪ੍ਰਭਾਵ ਮਨੁੱਖ ਦੇ ਜੀਵਨ ਉੱਤੇ ਪੈਣਾ, ਮਨੁੱਖ ਦੇ ਮਨ ਉੱਤੇ ਪੈਣਾ ਕੋਈ ਔਖਾ ਜਾਂ ਕੋਈ ਅਸੰਭਵ ਕਾਰਜ ਨਹੀਂ। ਪਰ ਉਸ ਪ੍ਰਭਾਵ ਨੂੰ ਕਬੂਲ ਕਰਕੇ ਮਨੁੱਖ ਦੇ ਵਿਹਾਰ ਵਿੱਚ ਇੱਕ ਅਣਕਿਆਸੀ ਜੀ ਜਦੋਂ ਤਬਦੀਲੀ ਪੈਦਾ ਹੁੰਦੀ ਹੈ, ਤਾਂ ਉਹਦੇ ਵਿੱਚੋਂ ਅੱਗੇ ਕਈ ਕਿਸਮ ਦੇ ਨਵੇਂ ਜਿਹੜੇ ਨੇ ਉਹ ਹਾਲਾਤ ਸਿਰਜੇ ਜਾਂਦੇ ਨੇ। ਜਿਵੇਂ ਮੈਂ ਉਦਾਹਰਣ ਦਿੰਦਾ, ਮਨੁੱਖ ਕੋਲ ਦੌਲਤ ਆ ਗਈ, ਚੰਗੀ ਗੱਲ ਹੈ, ਮਨੁੱਖ ਖੁਸ਼ ਹੁੰਦਾ ਹੈ, ਜੀਵਨ ਦੀਆਂ ਸਹੂਲਤਾਂ ਅਤੇ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ। ਜਿਹੜੀ ਪਦਾਰਥਕ ਤੰਗੀ ਦੀ ਹਾਲਤ ਹੁੰਦੀ ਹੈ ਵੀ ਹਰ ਜਗ੍ਹਾ 'ਤੇ ਤੰਗੀ ਵਿੱਚੋਂ ਗੁਜ਼ਰਨਾ, ਉਸ ਤੋਂ ਖਹਿੜਾ ਛੁੱਟ ਜਾਂਦਾ ਹੈ। ਪਰ ਉਸ ਦੌਲਤ ਨੂੰ ਜਾਂ ਉਸ ਸ਼ੌਹਰਤ ਨੂੰ ਹਾਸਲ ਕਰਨ ਤੋਂ ਬਾਅਦ ਉਹਦੇ ਸਾਹਮਣੇ ਇੱਕ ਨਵੀਂ ਚੁਣੌਤੀ ਵੀ, ਗਰੀਬੀ ਦੀ ਆਪਣੀ ਚੁਣੌਤੀ ਸੀ। ਵੇਖੋ, ਜਦੋਂ ਪਦਾਰਥ ਥੋੜ੍ਹੇ ਸਨ ਜਾਂ ਨਹੀਂ ਸਨ, ਉਦੋਂ ਇੱਕ ਵੱਖਰੀ ਕਿਸਮ ਦੀ ਚੁਣੌਤੀ ਸੀ। ਲੋੜ ਕਿਵੇਂ ਪੂਰੀ ਹੋਏਗੀ? ਸਹੂਲਤ ਨਾ ਹੋਈ ਤੇ ਕਿਵੇਂ ਚੱਲੇਗਾ? ਉਸ ਵੇਲੇ ਮਨ ਦੇ ਅੰਦਰ ਇੱਕ ਭਟਕਣਾ ਰਹਿੰਦੀ ਸੀ ਕਿ ਕਿਤੇ ਕੋਈ ਐਸਾ ਯਤਨ ਕਰਾਂ ਵੀ ਕੁਝ ਹਾਸਲ ਹੋਵੇ। ਉਹਦੀਆਂ ਗਰੀਬੀ ਦੀਆਂ ਵੱਖਰੀਆਂ ਚੁਣੌਤੀਆਂ ਨੇ। ਪਰ ਜਦੋਂ ਬੰਦੇ ਕੋਲ ਅਮੀਰੀ ਆਈ, ਦੌਲਤ ਆਈ, ਸ਼ੌਹਰਤ ਆਈ, ਰੁਤਬਾ ਆਇਆ, ਤੇ ਮਤ ਸੋਚਣਾ ਵੀ ਹੁਣ ਕੋਈ ਚੁਣੌਤੀ ਨਹੀਂ ਰਹਿ ਗਈ, ਹੁਣ ਵੀ ਬਹੁਤ ਵੱਡੀਆਂ ਚੁਣੌਤੀਆਂ ਨੇ। ਇਹ ਸਾਰਾ ਕੁਝ ਇਕੱਲਾ ਨਹੀਂ ਆਇਆ, ਆਪਣੇ ਨਾਲ ਕੁਝ ਹੋਰ ਵੀ ਲੈ ਕੇ ਆਇਆ। ਇਹ ਠੀਕ ਹੈ, ਲੋੜਾਂ ਪੂਰੀਆਂ ਹੋ ਗਈਆਂ ਨੇ, ਸਹੂਲਤਾਂ ਵੱਧ ਗਈਆਂ ਨੇ, ਹੁਣ ਪਹਿਲਾਂ ਵਰਗੀ ਭਟਕਣਾ ਨਹੀਂ ਰਹੀ ਵੀ ਕੀ ਬਣੇਗਾ। ਪਰ ਹੁਣ ਜੋ ਕੁਝ ਆਇਆ ਹੈ ਉਹ ਨਾਲ ਚਿੰਤਾ ਵੀ ਲੈ ਕੇ ਆਇਆ। ਉਹ ਚਿੰਤਾ ਕੀ ਹੈ ਕਿ ਕਿਤੇ ਘਟ ਨਾ ਜਾਏ, ਕਿਤੇ ਚਲਾ ਨਾ ਜਾਏ, ਪਹਿਲਾਂ ਵਾਲੀ ਹਾਲਤ ਨਾ ਪੈਦਾ ਹੋ ਜਾਏ, ਗੁਰਬਤ ਨਾ ਆ ਜਾਏ, ਗਰੀਬੀ ਨਾ ਆ ਜਾਏ। ਹੁਣ ਉਹ ਜੋ ਚੀਜ਼ ਹੈ ਨਹੀਂ, ਉਹਦਾ ਡਰ ਹੈ ਅੰਦਰ, ਉਹਦੀ ਚਿੰਤਾ ਹੈ ਵੀ ਜੇ ਚਲਾ ਗਿਆ ਤੇ ਕੀ ਹਾਲਾਤ ਹੋਣਗੇ। ਇਹ ਤਾਂ ਖਿਆਲ ਰਹਿੰਦਾ ਹੈ ਨਾ ਬੰਦੇ ਅੰਦਰ। ਉਹ ਚਿੰਤਾ ਵੀ ਨਾਲ, ਪਦਾਰਥ ਜਦੋਂ ਆਇਆ ਤੇ ਉਹਦਾ ਪਰਛਾਵਾਂ ਚਿੰਤਾ ਬਣ ਕੇ ਨਾਲ ਆਈ। ਤੇ ਦੂਜੀ ਚੀਜ਼ ਕੀ ਹੈ? ਇੱਕ ਗਰਬ, ਇੱਕ ਗੁਰੂਰ ਵੀ ਆਏ ਵੱਡੇ ਹੋਣ ਦਾ। ਮੇਰੇ ਕੋਲ ਦੌਲਤ ਹੈ, ਮੇਰੇ ਕੋਲ ਸ਼ੌਹਰਤ ਹੈ, ਮੇਰੇ ਕੋਲ ਰੁਤਬਾ ਹੈ। ਜੋ ਵੀ ਚੀਜ਼ ਆਈ ਉਹਦਾ ਗੁਰੂਰ ਵੀ ਜੀਵਨ ਵਿੱਚ ਪੈਦਾ ਹੋਏਗਾ। ਉਸ ਚਿੰਤਾ ਨਾਲ ਤੇ ਉਸ ਗੁਰੂਰ ਨਾਲ ਵੀ ਨਜਿੱਠਣਾ ਪਏਗਾ, ਉਹਨੂੰ ਵੀ ਮੈਨੇਜ ਕਰਨਾ ਪਏਗਾ ਵੀ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਮੰਦੇ ਪ੍ਰਭਾਵ ਤੋਂ ਬੰਦੇ ਨੇ ਆਪਣੇ ਵਿਹਾਰ ਨੂੰ, ਆਪਣੀ ਸੁਰਤ ਨੂੰ ਕਿਵੇਂ ਬਚਾ ਕੇ ਰੱਖਣਾ। ਜੇ ਉਹ ਪ੍ਰਭਾਵ ਤੋਂ ਬੰਦਾ ਆਪਣੇ ਆਪ ਨੂੰ ਬਚਾਉਣ ਵਿੱਚ ਕਾਮਯਾਬ ਨਾ ਹੋ ਸਕਿਆ ਤਾਂ ਪਦਾਰਥਾਂ ਦੇ ਢੇਰ ਉੱਤੇ ਬਹਿ ਕੇ ਵੀ ਉਹ ਚਿੰਤਾ ਦੀ ਅੱਗ ਵਿੱਚ ਸੜਦਾ ਰਹੇਗਾ, ਚਿੰਤਾ ਦੇ ਵਿੱਚ ਧੁਖਦਾ ਰਹੇਗਾ, ਅੰਦਰ ਦੀ ਪਰੇਸ਼ਾਨੀ ਉਹਦਾ ਕਦੇ ਖਹਿੜਾ ਨਹੀਂ ਛੱਡੇਗੀ। ਤੇ ਨਾਲ ਦੀ ਨਾਲ ਗੁਰੂਰ ਤੇ ਹਉਮੈ ਜਿਹੜੀ ਹੈ ਕਿ ਮੈਂ ਕੁਝ ਹਾਂ, ਮੇਰੇ ਕੋਲ ਕੁਝ ਹੈ, ਮੇਰਾ ਕੋਈ ਰੁਤਬਾ ਹੈ, ਮੇਰੀ ਦੌਲਤ ਹੈ, ਮੇਰੀ ਸ਼ੌਹਰਤ ਹੈ,
ਉਹ ਚੀਜ਼ ਜਿਹੜੀ ਗੁਰੂਰ ਹੈ ਨਾਲ, ਉਸਨੇ ਵੀ ਸਫ਼ਰ ਕਰਨਾ ਸਾਡੇ ਨਾਲ ਉਹਨੇ ਬੜੀ ਇਰੀਟੇਸ਼ਨ ਪੈਦਾ ਕਰਨੀ, ਸਾਡੇ ਆਲੇ ਦੁਆਲੇ ਪੈਦਾ ਐਸੇ ਹਾਲਾਤ ਕਰ ਦੇਣੇ ਨੇ ਵੀ ਜਿਹੜਾ ਵੀ ਸਾਡੇ ਨੇੜੇ ਆਏਗਾ ਉਹ ਮਹਿਸੂਸ ਕਰੇਗਾ ਵੀ ਬੰਦਾ ਪਹਿਲਾਂ ਜਿਹਾ ਨਹੀਂ ਰਿਹਾ। ਉਹ ਮਹਿਸੂਸ ਕਰੇਗਾ ਵੀ ਇਸ ਬੰਦੇ ਦੇ ਅੰਦਰ ਇਹ ਹਉਮੈ ਝਲਕਦੀ ਹੈ, ਹੰਕਾਰ ਝਲਕਦਾ ਹੈ, ਈਗੋ ਝਲਕਦੀ ਹੈ, ਇਹਦੇ ਵਿਹਾਰ ਦੇ ਵਿੱਚ ਇਹ ਕਠੋਰਤਾ ਹੈ, ਇਹਦੇ ਵਿਹਾਰ ਦੇ ਵਿੱਚ ਇਸ ਤਰ੍ਹਾਂ ਦਾ ਦੂਜਿਆਂ ਨੂੰ ਨੀਵਾਂ ਵਿਖਾ ਕੇ ਆਪਣੇ ਆਪ ਨੂੰ ਉੱਚਾ ਦੱਸਣ ਦੀ ਜਾਂ ਸ਼ੇਖੀ ਮਾਰਨ ਦੀ, ਆਪਣੇ ਆਪ ਨੂੰ ਵਡਿਆਉਣ ਦੀ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਨੇ ਇਹਦੇ ਵਿਹਾਰ ਵਿੱਚੋਂ ਬਾਰ-ਬਾਰ ਝਲਕਦੀਆਂ ਨੇ। ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਭਗਤ ਕਬੀਰ ਸਾਹਿਬ ਮਹਾਰਾਜ ਦਾ ਹੈ। ਉਹ ਇੱਕ ਐਸੇ ਵਿਹਾਰ ਦੇ ਵਿੱਚ ਹੀ ਮਨੁੱਖ ਨੂੰ ਜਦੋਂ ਇਹ ਚੀਜ਼ਾਂ ਸਾਡੇ ਅੰਦਰ ਪੈਦਾ ਹੋ ਜਾਂਦੀਆਂ ਤਾਂ ਉਹ ਸਾਨੂੰ ਫਿਰ ਉਪਦੇਸ਼ ਦਿੰਦੇ ਨੇ। ਇਹ ਰੋਗ ਸਾਡੇ ਸਭਨਾਂ ਵਿੱਚ ਹੀ ਹੁੰਦਾ, ਕਿਸੇ 'ਚ ਥੋੜ੍ਹਾ ਹੈ, ਕਿਸੇ 'ਚ ਬਹੁਤ ਹੈ, ਕਿਤੇ ਅਸੀਂ ਇਹਨੂੰ ਪ੍ਰਗਟ ਕਰਦੇ ਹਾਂ, ਕਿਤੇ ਇਹਨੂੰ ਲੁਕੋ ਲੈਂਦੇ। ਉਹ ਕਹਿੰਦੇ ਨੇ ਕਹਾ ਨਰ ਗਰਬਸ ਥੋੜੀ ਬਾਤ। ਗਰਬਸ ਦਾ ਮਤਲਬ ਹੈ ਗੁਰੂਰ ਕਰਨਾ, ਈਗੋ ਵਿੱਚ ਆਉਣਾ, ਹਉਮੈ ਵਿੱਚ ਆਉਣਾ। ਉਹ ਕਹਿੰਦੇ ਕੀ ਥੋੜ੍ਹੀ ਜਿਹੀ ਗੱਲ ਦੇ ਉੱਤੇ ਐਵੇਂ ਹੰਕਾਰ ਕਰਦਾ ਹੈ। ਮਨ ਦਸ ਨਾਜ ਟਕਾ ਚਾਰ ਗਾਂਠੀ ਐਡੋ ਟੇਢੋ ਜਾਤ। ਕਹਿੰਦੇ ਨੇ ਕੀ ਤੇਰੇ ਕੋਲ ਕੋਈ 10 ਮਣ ਅਨਾਜ ਹੋਏਗਾ, ਇਹਦਾ ਮਤਲਬ ਵੀ ਤੇਰੇ ਕੋਲ ਭੰਡਾਰ ਹੋਣਗੇ ਖਾਣ ਪੀਣ ਦੀਆਂ ਚੀਜ਼ਾਂ ਦੇ, 4 ਟਕੇ 4 ਪੈਸੇ ਤੇਰੇ ਪੱਲੇ ਹੋਣਗੇ, ਤੂੰ ਟੇਢਾ ਹੋ ਕੇ ਚੱਲਦਾ, ਮਤਲਬ ਤੇਰਾ ਬੈਲੈਂਸ ਵਿਗੜਿਆ ਹੋਇਆ, ਵਿਹਾਰਕ ਪੱਖੋਂ ਬੈਲੈਂਸ ਵਿਗੜ ਗਿਆ ਤੇਰਾ। ਤੇਰੀ ਗੱਲਬਾਤ ਤੋਂ, ਤੇਰੇ ਵਿਹਾਰ ਤੋਂ, ਤੇਰੇ ਉੱਠਣ ਬਹਿਣ ਤੋਂ, ਤੇਰੇ ਦੂਜਿਆਂ ਨਾਲ ਸਾਂਝ ਰੱਖਣ ਦੇ ਵਿੱਚੋਂ ਇਹ ਚੀਜ਼ ਝਲਕਦੀ ਹੈ ਵੀ ਤੂੰ ਇਹਦਾ ਵਿਖਾਵਾ ਜ਼ਿਆਦਾ ਕਰਦਾ ਵੀ ਮੇਰੇ ਕੋਲ ਕੁਝ ਹੈ, ਮੇਰੇ ਕੋਲ ਕੁਝ ਹੈ, ਮੇਰੇ ਕੋਲ ਕੋਈ ਚੀਜ਼ ਹੈ, ਜਾਂ ਮੈਂ ਕਿਸੇ ਕਾਰਨ ਵੱਡਾ ਹਾਂ। ਉਹਨੂੰ ਕਹਿ ਐਡੋ ਟੇਢੋ ਜਾਤ, ਭਾਵ ਵੀ ਸਾਵਾਂ ਨਾ ਚੱਲਣਾ। ਚੀਜ਼ ਟੇਢੀ ਮੇਢੀ ਹੋ ਕੇ ਜਦੋਂ ਚੱਲਦੀ ਤਾਂ ਮਤਲਬ ਇਹੀ ਹੁੰਦਾ ਬੈਲੈਂਸ ਵਿਗੜਿਆ ਹੋਇਆ, ਬਿਲ ਬੰਦਾ ਸਹਿਜ ਵਿੱਚ, ਤਵਾਜ਼ਨ ਵਿੱਚ ਨਹੀਂ ਰਹਿ ਸਕਿਆ, ਆਪਣੇ ਆਪ ਨੂੰ ਸਥਿਰ ਨਹੀਂ ਰੱਖ ਸਕਿਆ, ਸਟੇਬਲ ਨਹੀਂ ਰੱਖ ਸਕਿਆ। ਫਿਰ ਕਹਿੰਦੇ ਨੇ ਬਹੁਤ ਪ੍ਰਤਾਪ ਗਾਉਂ ਸਿਉ ਪਾਏ। ਕਹਿੰਦੇ ਫਿਰ ਕੀ ਹੋਇਆ ਜੇ ਤੇਰਾ ਕੁਝ ਪਿੰਡਾਂ ਵਿੱਚ ਬੋਲਬਾਲਾ, ਕੁਝ ਇਲਾਕੇ ਵਿੱਚ ਤੇਰਾ ਬੋਲਬਾਲਾ ਵੀ ਹੋਏਗਾ, ਲੋਕ ਤੇਰਾ ਨਾਂ ਜਾਣਦੇ ਹੋਣਗੇ, ਤੇਰੀ ਵਡਿਆਈ ਤੋਂ ਜਾਣੂ ਹੋਣਗੇ, ਤੇਰਾ ਚੰਗਾ ਪ੍ਰਭਾਵ ਜਿਹਾ ਬਣਿਆ ਹੋਏਗਾ। 2 ਲੱਖ ਟਕਾ ਬਰਾਤ, ਮੰਨ ਲਏ ਲੋਕ ਇੰਨਾ ਤੇਰਾ ਪ੍ਰਭਾਵ ਕਬੂਲਦੇ ਹੋਣ ਵੀ ਤੈਨੂੰ ਟੈਕਸ ਵੀ ਭਰਦੇ ਹੋਣ, ਯਾਨੀ ਤੇਰੇ ਦੇਣਦਾਰ ਹੋਣ ਕਿਸੇ, ਆਪਾਂ ਇਹ ਕਹਿ ਸਕਦੇ ਕਰਜ਼ਾਈ ਵੀ ਹੋਣ ਲੋਕ ਤੇਰੇ, ਇਹਨੂੰ ਇਸ ਤਰ੍ਹਾਂ ਵੀ ਲੈ ਸਕਦੇ। ਫਿਰ ਵੀ ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਦਿਵਸ ਚਾਰ ਕੀ ਕਰੋ ਸਾਹਿਬੀ ਜੈਸੇ ਬਨ ਹਰ ਪਾਤ। ਕਹਿੰਦੇ ਤੂੰ ਰੁੱਖ ਨਾਲ ਲੱਗੇ ਹੋਏ ਪੱਤੇ ਵੇਖਦਾ, ਇੱਕ ਰੁੱਤ ਆਉਂਦੀ ਹੈ, ਕਰੂੰਬੜਾਂ ਫੁੱਟਦੀਆਂ ਨੇ, ਰੁੱਤ ਦੇ ਨਾਲ ਨਾਲ ਇਹ ਪੱਤੇ ਵੱਡੇ ਹੁੰਦੇ ਨੇ, ਹਵਾ ਦੇ ਝੌਂਕਿਆਂ ਦੇ ਨਾਲ ਖੜਖੜ ਕਰਦੇ ਨੇ, ਛਾਂ ਦਿੰਦੇ ਨੇ, ਰੁੱਖ ਇਹਨਾਂ ਕਰਕੇ ਹਰਿਆ ਭਰਿਆ ਹੁੰਦਾ। ਪਰ ਇੱਕ ਰੁੱਤ ਆਉਂਦੀ ਹੈ ਪੱਤਝੜ, ਉਹ ਕੋਈ ਪੱਤਾ ਵੀ ਨਹੀਂ ਰਹਿਣ ਦਿੰਦੀ ਇਸ ਰੁੱਖ ਦੇ ਨਾਲ। ਉਹ ਵੀ ਰੁੱਤ ਆਉਂਦੀ ਹੈ ਅਖੀਰ। ਕਹਿੰਦੇ ਉਹ ਵੀ ਰੁੱਤ ਆਖਰ ਨੂੰ ਜੇ ਬਹਾਰ ਜਾਂ ਬਸੰਤ ਆਉਂਦੀ ਹੈ ਤੇ ਉੜਕ ਨੂੰ ਪੱਤਝੜ ਵੀ ਆਉਂਦੀ ਹੈ। ਇਹ ਮਤ ਭੁੱਲ ਵੀ ਹਰ ਰੁੱਤ ਹੀ ਕੁਦਰਤ ਵਿੱਚ ਆਪਣਾ ਆਪਣਾ ਥਾਂ ਰੱਖਦੀ ਹੈ ਤੇ ਹਰ ਇੱਕ ਰੁੱਤ ਨੇ ਆਉਣਾ ਹੁੰਦਾ ਹੈ। ਸੁੱਖ ਤੋਂ ਬਾਅਦ ਦੁੱਖ ਨੇ, ਦੁੱਖ ਤੋਂ ਬਾਅਦ ਸੁੱਖ ਨੇ, ਹਰ ਚੀਜ਼ ਨੇ ਸਫ਼ਰ ਕਰਨਾ ਹੈ, ਹਰ ਚੀਜ਼ ਨੇ ਜੀਵਨ ਨੇ ਹਰ ਚੀਜ਼ ਨੂੰ ਹੰਢਾਉਣਾ ਹੈ। ਇਹ ਕੋਈ ਵੱਡੀ ਬਾਤ ਨਹੀਂ। ਤੇਰੇ ਕੋਲ ਹੈ, ਕੌਣ ਮੁੱਕਰਦਾ ਹੈ ਇਸ ਗੱਲ ਤੋਂ? ਪਰ ਇਸ ਹੋਣ ਦਾ ਸਦਕਾ ਤੂੰ ਗੁਰੂਰ ਦੇ ਵਿੱਚ ਟੇਢਾ ਹੋ ਕੇ ਚੱਲੇ, ਆਪਣੇ ਜੀਵਨ ਨੂੰ ਸਟੇਬਲ ਨਾ ਰੱਖ ਸਕੇ, ਤੇਰੇ ਵਿਹਾਰ ਦੇ ਵਿੱਚੋਂ ਦਾਨਾਈ ਨਾ ਝਲਕੇ, ਤੇਰੇ ਅੰਦਰੋਂ ਹਉਮੈ ਦਾ ਪ੍ਰਭਾਵ ਡੁੱਲ ਡੁੱਲ ਪੈਂਦਾ ਹੋਵੇ, ਇਹਦਾ ਮਤਲਬ ਤੂੰ ਭੁੱਲ ਹੀ ਗਿਆ ਹੈ ਨਾ ਵੀ ਅਖੀਰ ਨੂੰ ਪੱਤਝੜ ਵੀ ਆਏਗੀ। ਜੈਸੇ ਬਨ ਹਰ ਪਾਤ ਨਾ ਕਉ ਲੈ ਆਇਓ ਇਹ ਧਨ ਨਾ ਕਉ ਲੈ ਜਾਤ, ਰਾਵਣ ਹੂੰ ਤੇ ਅਧਿਕ ਛਤਰਪਦ ਖਿਨ ਮੈਂ ਗਏ ਬਿਲਾਤ। ਕਹਿੰਦੇ ਇੱਥੇ ਰਾਵਣ ਵਰਗੇ ਵੀ ਸਨ ਜਿਹੜੇ ਆਪਣੇ ਡੰਕੇ ਵਜਾਉਂਦੇ ਰਹੇ, ਪਰ ਅੱਜ ਕਿੱਥੇ ਹਨ? ਭਗਤ ਜੀ ਮਹਾਰਾਜ ਨੇ ਇਸ ਉਦਾਹਰਣ ਨਾਲ
ਸਾਨੂੰ ਅਹਿਸਾਸ ਕਰਾਉਣਾ ਚਾਹਿਆ ਵੀ ਹਰ ਚੀਜ਼ ਸਮੇਂ ਦੇ ਪ੍ਰਭਾਵ ਮੁਤਾਬਕ ਚੇਂਜ ਹੋ ਜਾਂਦੀ ਹੈ, ਬਦਲ ਜਾਂਦੀ ਹੈ। ਬਸ ਮਨੁੱਖ ਜਿਹੜਾ ਹੈ ਉਹ ਸਮੇਂ ਦੀ ਗਤੀ ਦਾ ਜਦੋਂ ਧਿਆਨ ਨਹੀਂ ਰੱਖਦਾ ਤਾਂ ਉਹ ਵਕਤੀ ਪ੍ਰਭਾਵ ਵਿੱਚ ਆ ਕੇ ਆਪਣੇ ਜੀਵਨ ਨੂੰ ਅਜਬ ਢੰਗ ਨਾਲ ਜੀਣਾ ਸ਼ੁਰੂ ਕਰ ਦਿੰਦਾ, ਉਹਦਾ ਤਵਾਜ਼ਨ ਵਿਗੜ ਜਾਂਦਾ ਹੈ। ਪਰ ਇੱਥੇ ਭਗਤ ਨਾਮਦੇਵ ਸਾਹਿਬ ਮਹਾਰਾਜ ਨੇ ਜੋ ਸਾਨੂੰ ਸਿੱਖਿਆ ਦਿੱਤੀ, ਸਿਚੁਏਸ਼ਨ ਕਿਹੋ ਜਿਹੀ ਵੀ ਹੋ ਸਕਦੀ ਹੈ। ਮਨੁੱਖ ਦੇ ਕੋਲ ਭੁੱਖ ਹੈ, ਜੇ ਮੰਨ ਲਓ ਕਿਸੇ ਸਮੇਂ ਭੁੱਖਾ ਹੈ, ਮੁਯੱਸਰ ਨਹੀਂ, ਜ਼ਰੂਰਤਾਂ ਲੋੜਾਂ ਬਹੁਤ ਔਖੀਆਂ ਜਾਂ ਥੋੜ੍ਹੀਆਂ ਪੂਰੀਆਂ ਹੋ ਰਹੀਆਂ ਹਨ, ਤਾਂ ਸ਼ਿਕਵਿਆਂ ਨਾਲ ਉਲਾਂਭਿਆਂ ਨਾਲ ਕੁਝ ਨਹੀਂ ਬਣੇਗਾ। ਉੱਥੇ ਮਨੁੱਖ ਜੇ ਉਲਾਂਭੇ ਦੇਵੇ, ਸ਼ਿਕਵੇ ਕਰੇ ਜਾਂ ਢਹਿੰਦੀ ਕਲਾ ਵਿੱਚ ਆ ਕੇ ਮਾਯੂਸ ਹੋ ਕੇ ਇੱਕ ਕੋਨੇ ਵਿੱਚ ਦੁਬਕ ਕੇ ਬੈਠ ਜਾਏ, ਇਹਦੇ ਨਾਲ ਭੁੱਖ ਰਜੇਵੇਂ ਵਿੱਚ ਬਦਲ ਨਹੀਂ ਸਕਦੀ, ਉਹਦੇ ਵਿੱਚੋਂ ਤ੍ਰਿਪਤੀ ਨਹੀਂ ਮਿਲ ਸਕਦੀ। ਇੱਕ ਤਾਂ ਭੁੱਖ ਹੈ, ਇੱਕ ਢਹਿੰਦੀ ਕਲਾ ਦੀ ਬਿਮਾਰੀ ਨਾਲ ਸੇੜ ਲੈਣ ਦਾ ਮਤਲਬ ਹੈ ਇੱਕ ਬਿਮਾਰੀ, ਇੱਕ ਰੋਗ, ਇੱਕ ਮਾੜੇ ਹਾਲਾਤ ਤਾਂ ਪਹਿਲਾਂ ਹੀ ਸਨ, ਇੱਕ ਅਸੀਂ ਹੋਰ ਪੈਦਾ ਕਰ ਲਏ। ਅਸੀਂ ਆਪਣਾ ਬੋਝ ਵਧਾਉਂਦੇ ਹਾਂ, ਅਸੀਂ ਹੋਰ ਜ਼ਿਆਦਾ ਭਾਰ ਚੁੱਕ ਲੈਂਦੇ ਹਾਂ। ਇਉਂ ਸਮਝੋ ਵੀ ਜਿਵੇਂ ਇੱਕ ਉਚਾਈ 'ਤੇ ਬੰਦੇ ਨੇ ਜਾਣਾ ਹੈ, ਕਿਸੇ ਪਹਾੜੀ 'ਤੇ ਚੜ੍ਹਨ ਦੀ ਉਹ ਕੋਸ਼ਿਸ਼ ਕਰ ਰਿਹਾ, ਇੱਕ ਤਾਂ ਰਸਤਾ ਵਿਖੜਾ, ਉਚਾਈ ਹੈ, ਜ਼ੋਰ ਲੱਗੇਗਾ, ਤੇ ਜੇ ਉੱਤੋਂ ਉਹ ਆਪਣੇ ਪੈਰਾਂ ਨਾਲ ਪੱਥਰ ਵੀ ਬੰਨ੍ਹ ਲਵੇ, ਤੁਸੀਂ ਆਪ ਅੰਦਾਜ਼ਾ ਲਾਓ ਕਿ ਉਸ ਬੰਦੇ ਦਾ ਸਫ਼ਰ ਸੌਖਾ ਹੋਏਗਾ ਕਿ ਹੋਰ ਔਖਾ ਹੋ ਜਾਏਗਾ। ਇਹਦਾ ਮਤਲਬ ਹੋਰ ਔਖਾ ਹੋ ਜਾਏਗਾ ਨਾ। ਇੱਕ ਤਾਂ ਸਿਚੁਏਸ਼ਨ ਪਹਿਲਾਂ ਹੀ ਖਰਾਬ ਹੈ। ਜੇ ਬੰਦਾ ਉਸ ਸਮੇਂ ਵਿੱਚ ਕੇਵਲ ਇੱਕ ਦੂਜੇ ਨੂੰ ਉਲਾਂਭੇ, ਸ਼ਿਕਵੇ, ਰੋਸੇ, ਗਿਲੇ ਤਾਂ ਦੋਸ਼ ਹੀ ਦਿੰਦਾ ਰਹੇ, ਇਹਦੇ ਨਾਲ ਕੀ ਹੋਏਗਾ? ਹਾਲਾਤ ਹੋਰ ਬਦਤਰ ਹੋ ਜਾਣਗੇ। ਜੇ ਮਨੁੱਖ ਆਪਣੇ ਮਨ ਅੰਦਰ ਬੇਬਹਾ ਢਹਿੰਦੀ ਕਲਾ ਪੈਦਾ ਕਰਕੇ ਮਾਯੂਸ ਤੇ ਉਦਾਸੀ ਦੇ ਆਲਮ ਵਿੱਚ ਡੁੱਬ ਕੇ ਇੱਕ ਕੋਨੇ ਵਿੱਚ ਬੈਠ ਜਾਏ, ਉਹ ਉਦਮਸ਼ੀਲ ਨਹੀਂ ਰਹੇਗਾ। ਹਾਲਾਤ ਨਾਲ ਲੜਨ ਦੀ ਉਹਦੇ ਅੰਦਰ ਸਮਰੱਥਾ ਨਹੀਂ ਬਚੇਗੀ। ਮਾਨੋ ਜਿਹੜੀ ਥੋੜ੍ਹੀ ਬਹੁਤ ਉਹਦੇ ਅੰਦਰ ਐਨਰਜੀ ਹੈ, ਜਿਹੜਾ ਥੋੜ੍ਹਾ ਬਹੁਤ ਉਹਦੇ ਜ਼ਿੰਦਗੀ ਦੇ ਵਿੱਚ ਉਤਸ਼ਾਹ ਸੀ ਵੀ ਮੈਂ ਬਦਲਣ ਦੀ ਕੋਸ਼ਿਸ਼ ਤੇ ਕਰਾਂ, ਉਹ ਕੋਸ਼ਿਸ਼ ਵੀ ਨਹੀਂ ਕਰੇਗਾ। ਉਹ ਮੰਨ ਬੈਠੇਗਾ ਵੀ ਮੈਂ ਹਾਰ ਚੁੱਕਿਆ। ਗਰੀਬੀ ਤੇ ਗਰੀਬੀ ਹੀ ਰਹੇਗੀ, ਭੁੱਖ ਤੇ ਭੁੱਖ ਹੀ ਰਹੇਗੀ, ਦੁੱਖ ਤਾਂ ਦੁੱਖ ਹੀ ਰਹੇਗਾ, ਖਰਾਬ ਹਾਲਾਤ ਤੇ ਖਰਾਬ ਹੀ ਹੋਣਗੇ। ਪਰ ਜਿਹੜੀ ਮੁਸੀਬਤ ਮਨੁੱਖ ਨੇ ਆਪਣੇ ਜੀਵਨ 'ਚ, ਆਪਣੇ ਮਨ 'ਚ ਪੈਦਾ ਕਰ ਲਈ, ਇਹ ਹਾਲਾਤ ਨੂੰ ਹੋਰ ਜ਼ਿਆਦਾ ਔਖਿਆਂ ਬਣਾਦਾ ਹੈ, ਡਿਫੀਕਲਟ ਕਰਦਾ ਹੈ। ਕੋਈ ਸਹਾਇਤਾ ਵੀ ਕਰਨੀ ਚਾਹੇਗਾ ਨਾ, ਤੇ ਚਾਹ ਕੇ ਵੀ ਉਹ ਸਾਡੀ ਸਹਾਇਤਾ ਕਰਦਿਆਂ ਹੋਇਆਂ ਵੀ ਸਾਨੂੰ ਇਸ ਭਵਰ 'ਚੋਂ ਕੱਢ ਨਹੀਂ ਸਕੇਗਾ, ਕਿਉਂਕਿ ਅਸੀਂ ਹੀ ਹਿੰਮਤ ਹਾਰ ਗਏ। ਅਸੀਂ ਆਪਣੇ ਮਨ ਨੂੰ ਉਹ ਰੋਗ ਲਾ ਲਿਆ ਜਿਹੜਾ ਦੂਜਾ ਸਾਡਾ ਦੂਰ ਹੀ ਨਹੀਂ ਕਰ ਸਕਦਾ, ਜਿਹੜਾ ਦੂਜੇ ਸਾਡੀ ਮਦਦ ਕਰਨ ਤੋਂ ਬਾਅਦ ਵੀ ਸਾਨੂੰ ਸਟੈਂਡ ਨਹੀਂ ਕਰ ਸਕਦਾ। ਤਾਂ ਇਸੇ ਤਰ੍ਹਾਂ ਹਜ਼ੂਰ ਨੇ ਕਿਹਾ ਦੂਜਾ ਪੱਖ ਹੈ, ਜਦੋਂ ਕੁਝ ਹੈ, ਸੁੱਖ ਹੈ, ਖੁਸ਼ੀ ਹੈ, ਮਾਹੌਲ ਸਾਜ਼ਗਾਰ ਹੈ, ਸਾਰੀਆਂ ਚੀਜ਼ਾਂ ਨੇ, ਗੁਰੂਰ ਹੈ, ਬੰਦਾ ਉਦੋਂ ਭੁੱਲ ਹੀ ਗਿਆ ਵੀ ਇੱਕ ਦੂਜਾ ਪਹਿਲੂ ਵੀ ਹੁੰਦਾ ਹੈ ਜੀਵਨ ਦਾ, ਸਿੱਕੇ ਦਾ ਦੂਜਾ ਪਾਸਾ ਵੀ ਹੁੰਦਾ ਹੈ। ਜਦੋਂ ਉਹਨੂੰ ਭੁੱਲ ਜਾਂਦਾ ਤੇ ਕੀ ਵਾਪਰਦਾ? ਜਿਸ ਵੇਲੇ ਕਠਿਨ ਹਾਲਾਤ ਪੈਦਾ ਹੁੰਦੇ ਨੇ, ਉਹਨੇ ਆਪਣੇ ਆਪ ਨੂੰ ਡਿਪੈਂਡ ਕਰ ਲਿਆ ਹੁੰਦਾ ਕੇਵਲ ਇਸ ਚੀਜ਼ ਤੇ ਵੀ ਹਰ ਵੇਲੇ ਖੁਸ਼ੀ ਹੀ ਹੋਏਗੀ, ਹਰ ਵੇਲੇ ਸੁੱਖ ਹੀ ਹੋਏਗਾ, ਹਰ ਵੇਲੇ ਬਹੁਤਾ ਹੀ ਹੋਏਗਾ, ਹਰ ਵੇਲੇ ਮੇਰੀ ਕੋਈ ਸ਼ੋਭਾ ਹੀ ਕਰੇਗਾ, ਹਰ ਵੇਲੇ ਮੈਨੂੰ ਸਤਿਕਾਰ ਹੀ ਮਿਲੇਗਾ। ਜਦੋਂ ਇਹ ਚੀਜ਼ਾਂ ਦੇ ਉੱਤੇ ਹੀ ਬੰਦੇ ਦੀ ਟੇਕ ਰਹਿ ਗਈ, ਜਦੋਂ ਇਸ ਤੋਂ ਆਪੋਜਿਟ ਚੀਜ਼ ਮਿਲੀ, ਇਸ ਤੋਂ ਵਿਰੋਧੀ ਹਾਲਾਤ ਪੈਦਾ ਹੋਏ, ਉਸਤਤ ਨਾ ਹੋਈ, ਨਿੰਦਾ ਹੋ ਗਈ, ਕਿਤੇ ਅਮੀਰੀ ਨਾ ਹੋਈ, ਥੋੜੀ ਗਰੀਬੀ ਆ ਗਈ, ਕਿਤੇ ਭੁੱਖ ਨਾ ਹੋਈ, ਜਦੋਂ ਰਜੇਵਾਂ ਜ਼ਿਆਦਾ ਸੀ, ਥੋੜਾ ਕਿਤੇ ਭੁੱਖਾ ਰਹਿਣਾ ਪੈ ਗਿਆ, ਫਿਰ ਕੀ ਕਰੇਗਾ ਉਹ? ਹੁਣ ਤਾਂ ਦੂਜਾ ਪਹਿਲੂ ਤਾਂ ਉਹਦੀ ਜ਼ਿੰਦਗੀ 'ਚ ਹੈ ਹੀ ਨਹੀਂ ਸੀ, ਉਹਦੇ ਲਈ ਉਹਨੇ ਥਾਂ ਹੀ ਨਹੀਂ ਸੀ ਰੱਖੀ, ਉਹ ਮੈਂਟਲੀ ਪ੍ਰਪੇਅਰ ਹੀ ਨਹੀਂ ਸੀ, ਅੰਦਰੂਨੀ ਤੌਰ 'ਤੇ ਤਿਆਰ ਹੀ ਨਹੀਂ ਸੀ। ਉਹ ਉਸ ਸਮੇਂ ਉਸ ਹਾਲਾਤ ਨਾਲ ਸਮਝੌਤਾ ਨਹੀਂ ਕਰ ਪਾਏਗਾ, ਉਸ ਸਿਚੁਏਸ਼ਨ ਨੂੰ ਮੈਨੇਜ ਨਹੀਂ ਕਰ ਪਾਏਗਾ। ਉਹ ਉਸ ਵੇਲੇ ਭਾਣਾ ਨਹੀਂ ਮੰਨ ਸਕੇਗਾ ਵੀ ਕੋਈ ਨਹੀਂ, ਕਦੇ ਆਇਆ ਵੀ ਤੇ ਸੀ, ਮੈਂ ਸਫ਼ਰ 'ਚ ਹਾਂ, ਤੇ ਚੀਜ਼ਾਂ ਵੀ ਤੇ ਗਰਦਸ਼ ਵਿੱਚ ਨੇ, ਸਫ਼ਰ ਵਿੱਚ ਨੇ, ਇਕੱਲਾ ਮੈਂ ਹੀ ਥੋੜ੍ਹਾ ਸਫ਼ਰ 'ਚ ਹਾਂ।
ਪਦਵੀਆਂ ਸਫ਼ਰ 'ਚ ਨੇ, ਪਦਾਰਥ ਸਫ਼ਰ ਵਿੱਚ ਹੈ, ਹਰ ਚੀਜ਼ ਸਫ਼ਰ ਕਰ ਰਹੀ ਹੈ। ਸਫ਼ਰ ਵਿੱਚ ਕਈ ਚੀਜ਼ਾਂ ਮਿਲਦੀਆਂ ਨੇ, ਕਈ ਵਿਛੜਦੀਆਂ ਨੇ। ਜਿਵੇਂ ਆਪਾਂ ਕਿਸੇ ਬੱਸ ਵਿੱਚ ਟਰੈਵਲ ਕਰਦੇ ਹਾਂ, ਟ੍ਰੇਨ 'ਚ ਸਫ਼ਰ ਕਰਦੇ ਹਾਂ, ਅਤੇ ਜਿਹਦਾ ਜਿੱਥੇ ਜਿੱਥੇ ਸਟੋਪ ਆਉਂਦਾ ਉਤਰ ਜਾਂਦੇ, ਨਵੇਂ ਚੜ੍ਹ ਜਾਂਦੇ ਨੇ। ਇਕੱਲੇ ਅਸੀਂ ਥੋੜ੍ਹਾ ਸਫ਼ਰ ਕਰ ਰਹੇ ਨੇ, ਬਾਕੀ ਲੋਕ ਵੀ ਤਾਂ ਕਰ ਹੀ ਰਹੇ ਨਾ। ਕਿਸੇ ਨੇ ਪਹਿਲਾਂ ਉਤਰ ਜਾਣਾ, ਕਿਸੇ ਨੇ ਸਾਡੇ ਤੋਂ ਮਗਰੋਂ ਉਤਰ ਜਾਣਾ, ਕਿਸੇ ਨੇ ਸਾਡੇ ਨਾਲ ਤੱਕ ਪੜਨਾ। ਜਿੱਥੇ ਜਿੱਥੇ ਜਿਸ ਦਾ ਸਟੋਪ ਆਉਂਦਾ ਗਿਆ, ਉੱਥੇ ਉੱਥੇ ਉਸਨੇ ਉਤਰਨਾ ਹੀ ਉਤਰਨਾ ਹੈ। ਪਦਾਰਥਾਂ ਦੀ ਵੀ ਆਪਣੀ ਇੱਕ ਹੱਦ ਹੈ। ਕੋਈ ਪਦਾਰਥ ਸਾਡੇ ਨਾਲ ਕਿੰਨਾ ਸਮਾਂ ਨਿਭਦਾ ਹੈ, ਕੋਈ ਕਿੰਨਾ ਸਮਾਂ ਨਿਭਦਾ ਹੈ, ਕੋਈ ਜੀਅ ਕਿੰਨਾ ਸਮਾਂ ਨਿਭਦਾ ਹੈ, ਕੋਈ ਕਿੰਨਾ ਸਮਾਂ ਨਿਭਦਾ ਹੈ, ਕੋਈ ਰਿਸ਼ਤਾ ਕਿੰਨਾ ਸਮਾਂ ਨਿਭਦਾ ਹੈ, ਕੋਈ ਸਮਾਜ ਦਾ ਵਿਅਕਤੀ ਜਿਹਦੇ ਨਾਲ ਸਾਡੀ ਸਾਂਝ ਬੋਲ ਚਾਲ ਹੈ, ਉਹ ਕਿੰਨਾ ਸਮਾਂ ਨਿਭਦਾ ਹੈ। ਇਸ ਤਰ੍ਹਾਂ ਹੀ ਹੈ ਸਾਰਾ ਕੁਝ। ਕਿਸੇ ਨਾਲ ਅਸੀਂ ਥੋੜ੍ਹਾ ਸਮਾਂ ਨਿਭਦੇ ਹਾਂ, ਸਾਰੇ ਇਸ ਤਰ੍ਹਾਂ ਚੱਲ ਰਹੇ ਹਾਂ ਨਾ ਅਸੀਂ। ਤਾਂ ਉਸ ਨੂੰ ਭਗਤ ਜੀ ਫਰਮਾਉਂਦੇ ਨੇ, ਜਿਉਂ ਰਾਮ ਰਾਖੈ ਵਾਹਿਗੁਰੂ ਦਾ ਭਾਣਾ। ਇਹਦਾ ਮਤਲਬ ਹੈ, ਰਾਮ ਰਾਖੈ ਦਾ ਭਾਵ ਹੈ ਸਰਵ ਵਿਆਪਕ ਪਰਮੇਸ਼ਰ ਵਾਹਿਗੁਰੂ ਦਾ ਜੋ ਹੁਕਮ ਹੈ, ਉਹਦੇ ਹੁਕਮ ਵਿੱਚੋਂ ਜੋ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ, ਉਸ ਨੂੰ ਮਿੱਠਾ ਕਰਕੇ ਮੰਨਣਾ। ਜਿੱਥੇ ਰੱਖੈ ਬੈਕੁੰਠ ਤਿਥਾਈ, ਤੂੰ ਸਭਨਾ ਕੇ ਪ੍ਰਤਪਾਲਾ ਜੀ। ਭਾਣੈ ਉਜੜ ਭਾਣੈ ਰਾਹਾ, ਭਾਣੈ ਹਰ ਗੁਣ ਗੁਰਮੁਖ ਗਾਵਾਹਾ। ਤੋ ਹਜ਼ੂਰ ਕਹਿੰਦੇ ਨੇ, ਤਿਉਂ ਰਹੀਏ ਰੇ ਭਾਈ, ਉਹਦੇ 'ਚ ਉਹਨੂੰ ਮੈਨੇਜ ਕਰੀਏ, ਉਹਨੂੰ ਅਕਸੈਪਟ ਕਰੀਏ ਕਿ ਠੀਕ ਹੈ ਤੇ ਹੈ, ਇਹ ਤੋਂ ਦੌੜਿਆ ਨਹੀਂ ਜਾ ਸਕਦਾ। ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਕਹਿੰਦੇ ਨੇ ਵਾਹਿਗੁਰੂ ਦੀ ਬਜ਼ੁਰਗੀ ਨੂੰ, ਉਹਦੇ ਹੁਕਮ ਦੇ ਵਡੱਪਣ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਕਿੱਥੇ, ਕਿਸ ਵੇਲੇ, ਕਿਹੋ ਜਿਹੀ ਸਿਚੁਏਸ਼ਨ ਕ੍ਰੀਏਟ ਹੋ ਜਾਏ, ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਕਿੱਥੇ ਕਿਹੋ ਜਿਹਾ, ਕਿਸ ਵੇਲੇ ਕੀ ਹਾਲਾਤ ਉਪਜ ਪੈਣ, ਕਿਸ ਤਰ੍ਹਾਂ ਦਾ ਸਾਰਾ ਮਾਹੌਲ ਬਦਲ ਜਾਏ। ਇਹ ਜਿਹੜੀ ਬਜ਼ੁਰਗੀ ਹੈ, ਜਿਹੜਾ ਵਡੱਪਣ ਹੈ ਹਰੀ ਦਾ, ਭਾਵ ਸਿਰਜਣਹਾਰ ਦਾ, ਉਹਦੀ ਸਿਰਜਣਾ ਵਿੱਚ ਵਡੱਪਣ ਪਿਆ ਹੈ। ਉਸ ਵਡੱਪਣ ਨੂੰ ਕੋਈ ਦਾਅਵੇ ਨਾਲ ਬਿਆਨ ਨਹੀਂ, ਕਥਨ ਦਾ ਮਤਲਬ ਉਹਦੇ ਬਾਰੇ ਕੋਈ ਦਾਅਵਾ ਹੀ ਨਹੀਂ ਕਰ ਸਕਦਾ ਵੀ ਕੀ ਹੋਏਗਾ। ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ, ਖਿਨ ਮਹਿ ਥਾਪਿਉ ਥਾਪਨ ਹਾਰਾ, ਆਪਨ ਹਾਥ ਮਤਾਂਤ, ਸਿਆਨਪ ਕਾਹੂ ਕਾਮ ਨਾ ਆਤ, ਜਿਉ ਅਨਰੂਪਿਓ ਠਾਕੁਰ ਮੇਰਾ ਹੋਈ ਰਹੀ ਉਹ ਬਾਤ। ਆਰੰਭ ਦੇ ਵਾਕ ਵਿੱਚ ਫਿਰ ਉਦਾਹਰਨਾਂ ਨਾਲ ਸਮਝਾਉਂਦੇ। ਕਹਿੰਦੇ ਹਨ, ਕਬਹੂ ਖੀਰ ਖਾਂਡ ਘੀਓ ਨਾ ਭਾਵੈ। ਕਦੀ ਸਮਾਂ ਹੁੰਦਾ ਹੈ, ਤਸਮਈ ਨੂੰ ਕਹਿੰਦੇ, ਜਦੋਂ ਚੌਲਾਂ ਨੂੰ ਦੁੱਧ ਵਿੱਚ ਰਿੰਨ ਲੈ ਜਾਂਦੇ, ਤਸਮਈ ਸ਼ਬਦ ਉਹਦੇ ਲਈ ਵਰਤੇ। ਖੀਰ ਕਹਿੰਦੇ ਨੇ, ਖੰਡ, ਘਿਓ, ਖੀਰ, ਐਸੇ ਉੱਤਮ ਪਦਾਰਥ ਕਿਸੇ ਵੇਲੇ ਅਵੇਲੇਬਲ, ਮੁਯੱਸਰ, ਪ੍ਰਾਪਤ ਹੁੰਦੇ ਨੇ, ਮੌਜੂਦ ਹੁੰਦੇ ਨੇ, ਪਰ ਬੰਦੇ ਨੂੰ ਉਹ ਵੀ ਚੰਗੇ ਨਹੀਂ ਲੱਗਦੇ। ਕਹਿੰਦਾ ਨਹੀਂ ਰਹਿਣ ਦਿਓ, ਮੈਂ ਨਹੀਂ ਖਾਣੇ। ਮੂੰਹ ਮੁੜ ਜਾਂਦਾ ਹੈ। ਚੰਗੀਆਂ ਤੋਂ ਚੰਗੀਆਂ ਚੀਜ਼ਾਂ ਵੀ ਸਾਹਮਣੇ ਆਉਣ ਨਾ, ਬੰਦੇ ਦਾ ਮਨ ਨਹੀਂ ਹੁੰਦਾ ਵੀ ਨਹੀਂ, ਮੂਡ ਨਹੀਂ। ਅੱਗੇ ਆਖਦੇ ਨੇ, ਕਬਹੂ ਘਰ ਘਰ ਟੂਕ ਮੰਗਾ। ਕਦੇ ਇੰਨੇ ਪਦਾਰਥ ਸਨ, ਉਹ ਵੀ ਨਹੀਂ ਖਾਧੇ ਜਾਂਦੇ। ਕਦੇ ਉਹ ਸਿਚੁਏਸ਼ਨ ਵੀ ਆਉਂਦੀ ਹੈ ਵੀ ਕਿਸੇ ਤੋਂ ਮੰਗ ਕੇ, ਉਧਾਰ ਲੈ ਕੇ, ਕਰਜ਼ਾ ਲੈ ਕੇ, ਕਿਸੇ ਦੀ ਹੈਲਪ ਲੈ ਕੇ ਖਾਣਾ ਪੈਂਦਾ ਵੀ ਮੇਰੀ ਮਦਦ ਕਰੋ, ਮੇਰੀ ਸਹਾਇਤਾ ਕਰੋ। ਕਿਸੇ ਵੇਲੇ ਕਿਸੇ ਦਾ ਦਰਵਾਜ਼ਾ ਵੀ ਖੜਕਾਉਣਾ ਪੈਂਦਾ, ਕਿਸੇ ਵੇਲੇ ਕਿਸੇ ਨੂੰ ਵੰਗਾਰ ਪਾਉਣੀ ਪੈਂਦੀ ਹੈ, ਕਿਸੇ ਵੇਲੇ ਕਿਸੇ ਦੀ ਮਦਦ ਮੰਗਣੀ ਪੈਂਦੀ ਹੈ। ਉਹਦੇ ਵੱਖ-ਵੱਖ ਤਰੀਕੇ ਨੇ। ਹੁਣ ਵੇਖੋ ਨਾ, ਇੱਕ ਮਨੁੱਖ ਹੈ, ਉਹ ਬਾਹਰ ਮੰਗ ਰਿਹਾ, ਆਪਾਂ ਕਹਿੰਦੇ ਇਹ ਮੰਗਦਾ ਹੈ। ਜੇ ਕਿਸੇ ਨੂੰ ਤਰਸ ਆ ਜਾਏ, ਜ਼ਿਆਦਾ ਉਹਦੇ ਵੱਲ ਵੇਖੇ ਜਾਂ ਉਹਦੀ ਗੱਲ ਸੁਣੇ, ਤਾਂ ਕਈ ਵਾਰ ਬੰਦਾ ਰੀਝ ਜਾਂਦਾ ਵੀ ਚਲੋ ਦੇ ਦਿਓ, ਕੋਈ ਨਹੀਂ, ਕੀ ਫਰਕ ਪੈਣ ਲੱਗਿਆ। ਜੇ ਬਹੁਤਾ ਉਹਦੇ ਵੱਲ ਧਿਆਨ ਨਾ ਦਿਓ, ਉਹਦੀ ਗੱਲ ਨਾ ਸੁਣੋ, ਤੇ ਬੰਦਾ ਨਿਕਲ ਜਾਂਦਾ ਵੀ ਕੋਈ ਉਹਦੇ ਵੱਲ ਜਦੋਂ ਬੇਧਿਆਨੀ ਹੋ ਗਈ, ਤੇ ਬਹੁਤਾ ਉਹਦਾ ਪ੍ਰਭਾਵ ਬੰਦਾ ਨਹੀਂ ਕਬੂਲਦਾ, ਛੱਡੋ ਖੇੜਾ। ਕਈ ਐਸੇ ਵੀ ਹੁੰਦੇ ਹਨ ਕਿ ਜਦੋਂ ਉਹਦੇ ਨਾਲ ਗੱਲਾਂ ਕਰਦੇ ਆਪਾਂ ਵੀ ਤੈਨੂੰ ਹੋਇਆ ਕੀ ਹੈ, ਮੰਗਦਾ, ਤੈਨੂੰ ਸ਼ਰਮ ਨਹੀਂ ਆਉਂਦੀ। ਹੁਣ ਉਹ ਕਿਉਂਕਿ ਜ਼ਾਹਰ ਹੈ, ਬੰਦਾ ਉਹ ਸਾਹਮਣੇ ਮੰਗ ਰਿਹਾ ਸੀ। ਹੁਣ ਇੱਕ ਉਹ ਹੈ ਜਿਹੜਾ ਤੁਹਾਡੇ ਤੋਂ ਮੰਗੇਗਾ, ਲੈ ਵੀ ਜਾਏਗਾ ਤੇ ਵਾਪਸ ਨਹੀਂ ਕਰੇਗਾ। ਹੁਣ ਮੰਗਿਆ ਤੇ ਉਹਨੇ ਵੀ ਹੈ,
ਪਰ ਉਹਨੇ ਘੱਟੋ ਘੱਟ ਮੰਗਤੇ ਨੇ ਪਹਿਲਾਂ ਕਿਹਾ, ਉਹਨੇ ਇਹ ਥੋੜ੍ਹੀ ਕਿਹਾ ਵੀ ਮੈਂ ਵਾਪਸ ਦੇ ਦਿਆਂਗਾ। ਉਹਨੇ ਕਿਹਾ ਮੈਨੂੰ ਇੰਨੇ ਪੈਸੇ ਦੇ ਦਿਓ, ਜਾਂ ਮੈਨੂੰ ਰੋਟੀ ਦਿਓ, ਜਾਂ ਮੈਨੂੰ ਆਹ। ਉਹਨੇ ਇਹ ਥੋੜ੍ਹਾ ਕਿਹਾ ਸੀ, ਬਹਾਨਾ ਨਹੀਂ ਨਾ ਮਾਰਿਆ ਉਹਨੇ ਵੀ ਮੈਂ ਵਾਪਸ ਕਰਾਂਗਾ ਤੁਹਾਡੇ ਪੈਸੇ। ਨਹੀਂ, ਉਹਨੇ ਤਾਂ ਮੰਗੇ ਨੇ, ਉਹਨੇ ਵਾਪਸ ਕਰਨ ਦੀ ਗੱਲ ਕਮਿਟਮੈਂਟ ਕੀਤੀ ਨਹੀਂ। ਉਹ ਤੇ ਹੋ ਗਿਆ ਮੰਗਤਾ। ਤੇ ਜਿਸ ਨੇ ਕਮਿਟਮੈਂਟ ਕੀਤੀ ਹੈ ਜੀ ਮੈਨੂੰ ਦਿਓ ਤੇ ਮੈਂ ਤੁਹਾਨੂੰ ਵਾਪਸ ਕਰਾਂਗਾ, ਤੇ ਫਿਰ ਮੁੱਕਰ ਗਿਆ, ਉਹਦਾ ਲੈਵਲ ਕੀ ਰੱਖਿਆ ਜਾਏ? ਐਸੇ ਵੀ ਤਾਂ ਸਮਾਜ 'ਚ ਹੈ ਨਾ। ਆਪਾਂ ਰਿਸ਼ਤਿਆਂ 'ਚ ਹੀ ਕਈ ਵਾਰ ਵੇਖਦੇ ਹਾਂ, ਇੱਕ ਰਿਸ਼ਤੇਦਾਰ ਜਿਹੜਾ ਹੈ ਉਹਦੇ ਨਾਲ ਬੜੀ ਸਾਂਝ ਹੈ, ਬੜੀ ਭਿਆਲੀ ਹੈ, ਬੜੀ ਮਿੱਤਰਤਾ ਹੈ, ਬੜਾ ਆਉਣ ਜਾਣ, ਬੜਾ ਉੱਠਣ ਬੈਠਣ ਹੈ, ਬੜੀ ਸਾਂਝ ਡੂੰਘੀ। ਇੱਕ ਟਾਈਮ ਆ ਕੇ ਪੈਸੇ ਤੋਂ ਵਿਗੜ ਜਾਂਦੀ, ਦੌਲਤ ਤੋਂ ਵਿਗੜ ਜਾਂਦੀ, ਪ੍ਰੋਪਰਟੀ ਤੋਂ ਵਿਗੜ ਜਾਂਦੀ। ਕਿਉਂ? ਕਿਸੇ ਧਿਰ ਦੇ ਅੰਦਰ ਲਾਲਚ ਆ ਗਿਆ, ਉਹਨੇ ਸੋਚਿਆ ਵੀ ਸਾਂਝ ਹੈ, ਫਾਇਦਾ ਲੈਂਦੇ ਹਾਂ, ਨਜਾਇਜ਼ ਫਾਇਦਾ ਚੁੱਕਿਆ। ਫਾਇਦਾ ਲੈਣਾ ਮਾੜੀ ਗੱਲ ਨਹੀਂ, ਪਰ ਨਜਾਇਜ਼ ਫਾਇਦਾ ਲੈਣਾ ਬਹੁਤ ਮਾੜੀ ਗੱਲ ਹੈ। ਹੁਣ ਉੱਥੇ ਕੀ ਕਿਹਾ ਜਾਏ? ਮੰਗਤੇ ਤੇ ਉਹ ਵੀ ਨੇ ਜਿਹੜੇ ਆਪਣੇ ਰਿਸ਼ਤੇ ਨੂੰ ਹੀ ਦੌਲਤ ਦੇ ਲਈ ਦਾਅ 'ਤੇ ਲਾ ਗਏ, ਵਿਸ਼ਵਾਸ ਨੂੰ ਦਾਅ 'ਤੇ ਲਾ ਗਏ ਦੌਲਤ ਲਈ, ਭਰੋਸੇ ਨੂੰ ਦਾਅ 'ਤੇ ਲਾ ਗਏ। ਹੁਣ ਉਹਨਾਂ ਦਾ ਕੀ ਮਿਆਰ ਹੋਇਆ? ਇਹਦਾ ਮਤਲਬ ਉਹ ਤਾਂ ਰਾਹ ਦੇ ਉੱਤੇ ਖੜੇ ਹੋਏ, ਚੁਰਾਹੇ ਦੇ ਵਿੱਚ ਖੜੇ ਹੋਏ ਮੰਗਤੇ ਨਾਲੋਂ ਵੀ ਗਿਰੇ ਹੋਏ ਬੰਦੇ ਹੋਏ। ਕਰਮ ਤਾਂ ਉਹਦਾ ਨਾਲੋਂ ਵੀ ਨੀਵਾਂ ਹੈ ਕਿਤੇ। ਉਹਦੀ ਕੋਈ ਕਮਿਟਮੈਂਟ ਤੇ ਨਹੀਂ ਸੀ ਨਾ ਵੀ ਮੇਰੀ ਤੁਹਾਡੇ ਨਾਲ ਭਾਈ ਰਿਸ਼ਤੇਦਾਰੀ ਹੈ, ਮੇਰੀ ਮਦਦ ਕਰੋ, ਮੈਂ ਤੁਹਾਨੂੰ ਵਾਪਸ ਕਰ ਦਿਆਂਗਾ। ਜਾਂ ਉਹਨੇ ਸਾਡੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਕੱਢੀ, ਉਹਨੇ ਤਾਂ ਇੰਨਾ ਕਿਹਾ ਜੀ ਮੈਂ ਗਰੀਬ ਹਾਂ, ਮੈਂ ਭੁੱਖਾ, ਆਪਣਾ ਰੋਣਾ ਰੋਇਆ, ਆਪਣੀ ਉਹਨੇ ਹਾਲਤ ਬਿਆਨ ਕੀਤੀ। ਤੇ ਸਾਨੂੰ ਉਹਨੇ ਕਿਹਾ ਵੀ ਕੋਈ ਹੱਕ ਨਹੀਂ ਜਤਾਇਆ। ਉਹਨੇ ਕਿਹਾ ਜੀ ਮੇਰੀ ਮਦਦ ਕਰੋ, ਤੁਹਾਡੀ ਮਰਜ਼ੀ ਹੈ, ਤੁਸੀਂ ਕਰਨੀ ਚਾਹੋ ਕਰ ਦਿਓ, ਨਾ ਕਰੋ ਨਾ ਕਰੋ। ਪਰ ਇੱਕ ਜਗ੍ਹਾ ਤੇ ਸਾਨੂੰ ਮੂੰਹ ਮਲਾਜ਼ਾ ਜਿਹੜਾ ਸੀ ਨਾ ਉਹ ਪੂਰਨਾ ਪਿਆ ਵੀ ਸਾਡਾ ਰਿਸ਼ਤੇਦਾਰ ਹੈ, ਅਸੀਂ ਨਹੀਂ ਮਦਦ ਕਰਾਂਗੇ ਤਾਂ ਕਿਹਦੀ ਕੌਣ ਕਰੇਗਾ? ਮੇਰਾ ਮਿੱਤਰ ਹੈ, ਇਹਨੇ ਮੰਗਿਆ ਮੇਰੇ ਕੋਲ, ਇਹਦਾ ਹੱਕ ਬਣਦਾ। ਪਰ ਉਹਨੇ ਆਪਣੇ ਹੱਕ ਦਾ ਨਜਾਇਜ਼ ਲਾਭ ਚੁੱਕਿਆ, ਰਿਸ਼ਤੇ ਦਾ, ਭਰੋਸੇ ਦਾ, ਪਿਆਰ ਦਾ, ਸਾਂਝ ਦਾ। ਤਾਂ ਇਸ ਰੂਪ ਵਿੱਚ ਵੀ ਅਸੀਂ ਮੰਗਤੇ ਹੁੰਦੇ ਹਾਂ, ਪਰ ਅਸੀਂ ਇਸ ਚੀਜ਼ ਨੂੰ ਮੰਗਤਾਪੁਣਾ ਕਹਿੰਦੇ ਨੇ। ਇਹਨੂੰ ਅਸੀਂ ਫਿਰ ਦੂਜਾ ਨਾਂ ਦਿੰਦੇ, ਬੇਈਮਾਨ, ਚੀਟਰ, ਧੋਖੇਬਾਜ਼, ਜ਼ਾਲਸਾਜ਼, ਪਰਾਇਆ ਹੱਕ ਖਾਣ ਵਾਲਾ। ਇਹਨੂੰ ਫਿਰ ਇਹ ਨਾਂ ਦਿੱਤੇ ਜਾਂਦੇ ਨੇ। ਪਰ ਅੰਦਰ ਤਲਬ ਤੇ ਪਦਾਰਥ ਦੀ ਹੁੰਦੀ ਹੈ ਨਾ ਵੀ ਮੇਰੇ ਕੋਲ ਆ ਜਾਏ, ਬਾਕੀਆਂ ਦਾ ਕੋਈ ਖਿਆਲ ਨਹੀਂ ਵੀ ਉਹ ਹੋਣ ਜਾਂ ਨਾ ਹੋਣ, ਉਹਨਾਂ ਦਾ ਕੋਈ ਹੱਕ ਹੋਵੇ ਜਾਂ ਨਾ ਹੋਵੇ। ਤੋ ਖੈਰ ਇੱਥੇ ਭਗਤ ਜੀ ਜਿਹੜੀ ਉਦਾਹਰਣ ਦੇ ਕਹਿੰਦੇ ਕਿਸੇ ਵੇਲੇ ਐਸੀ ਸਿਚੁਏਸ਼ਨ ਵੀ ਤੇ ਹੋ ਸਕਦੀ, ਕੋਈ ਕਿਸੇ ਵੇਲੇ ਬਹੁਤਾ ਹੈ ਤੁਹਾਡੇ ਕੋਲ, ਤੁਸੀਂ ਉਹਨੂੰ ਹੰਢਾ ਨਹੀਂ ਪਾ ਰਹੇ, ਮਾਣ ਨਹੀਂ ਪਾ ਰਹੇ, ਖਾ ਨਹੀਂ ਪਾ ਰਹੇ, ਕਦੇ ਕਦੇ ਤੁਹਾਨੂੰ ਮੰਗਣਾ ਵੀ ਪੈ ਸਕਦਾ, ਹੈਲਪ ਲੈਣੀ ਪੈ ਸਕਦੀ। ਕਬਹੂ ਕੂਰਨ ਚਨੇ ਬਿਨਾਵੇ। ਤੇ ਕਈਆਂ ਦੀ ਇਹ ਹਾਲਾਤ ਵੀ ਹੋ ਜਾਂਦੇ ਨੇ ਕਿ ਉਹ ਅੱਕੀ ਪੜਾਈ ਹੱਥ ਮਾਰ ਕੇ ਜਿਹੜਾ ਕਾਰਜ, ਜਿਹੜਾ ਕੰਮ ਉਹਨਾਂ ਜ਼ਿੰਦਗੀ 'ਚ ਨਹੀਂ ਨਾ ਕੀਤਾ ਹੁੰਦਾ, ਜਾਂ ਜਿਹੜੇ ਕੰਮ ਨੂੰ ਉਹਨਾਂ ਯੋਗ ਨਹੀਂ ਸਮਝਿਆ ਹੁੰਦਾ ਆਪਣੇ ਜੀਵਨ 'ਚ, ਉਹ ਵੀ ਉਹਨਾਂ ਨੂੰ ਕਰਨਾ ਪੈ ਜਾਂਦਾ ਹੈ। ਕਿਉਂਕਿ ਸਿਚੁਏਸ਼ਨ ਐਸੀ ਹੈ, ਲੋੜ ਬਣ ਗਈ ਹੈ, ਵਕਤ ਐਸਾ ਆ ਗਿਆ ਹੈ, ਉਹ ਵਕਤ ਕੱਟਣਾ ਪੈਂਦਾ। ਕਹਿੰਦੇ ਕੂੜੇ ਦੇ ਢੇਰ 'ਚੋਂ ਵੀ ਛੋਲਿਆਂ ਦੇ ਦਾਣੇ ਚੁਗਦਾ ਬੰਦਾ। ਇਹਦਾ ਮਤਲਬ ਹੈ ਔਖੇ ਤੋਂ ਔਖਾ, ਬੇਖਮ ਤੋਂ ਬੇਖਮ, ਨਾ ਕਰਨ ਯੋਗ ਕਰ ਜਿਹਨੂੰ ਬੰਦਾ ਸਮਝਦਾ ਨਾ ਮੇਰੇ ਲੈਵਲ ਦਾ ਕੰਮ ਨਹੀਂ। ਆਪਾਂ ਕਈ ਵਾਰ ਲੈਵਲ ਵੀ ਮਤਲਬ ਮੇਰੇ ਲੈਵਲ ਦਾ ਕੰਮ ਨਹੀਂ ਹੈ, ਹਕਾਰਤ ਕਰਦੇ ਹਾਂ, ਨਫ਼ਰਤ ਕਰਦੇ ਹਾਂ ਉਸ ਕੰਮ ਨੂੰ। ਕਈ ਵਾਰ ਉਹ ਵੀ ਕਰਨਾ ਪੈ ਜਾਂਦਾ, ਹਾਲਾਤ ਸਾਹਮਣੇ ਬੰਦੇ ਨੂੰ ਨੀਵਾਂ ਹੋਣਾ ਪਿਆ। ਤਾਂ ਇਸ ਕਰਕੇ ਦੂਜੇ ਬੰਦ ਵਿੱਚ ਫਰਮਾਉਂਦੇ ਨੇ, ਕਬਹੂ ਤੁਰੇ ਤੁਰੰਗ ਨਚਾਵੇ। ਤੁਰਾ ਘੋੜੇ ਨੂੰ ਕਹਿੰਦੇ, ਤੁਰੰਗ ਵੀ ਘੋੜੇ ਦਾ ਨਾਮ, ਸੁੰਦਰ ਸੋਹਣਾ ਘੋੜਾ, ਭਾਵ ਚੰਗੀਆਂ। ਪੁਰਾਣੇ ਸਮੇਂ 'ਚ ਘੋੜੇ ਬੜੀ ਵਧੀਆ ਨਸਲ ਦੇ ਘੋੜੇ ਹੋਣੇ ਅਮੀਰੀ ਦੀ ਨਿਸ਼ਾਨੀ ਸੀ। ਕਹਿੰਦੇ ਨੇ ਕਦੇ ਕਦੇ ਬੜੀਆਂ ਕੀਮਤੀ ਸਵਾਰੀਆਂ ਨੇ ਘੋੜੇ ਨੱਚ ਰਹੇ ਹਨ ਸ਼ਿੰਗਾਰੇ ਹੋਏ। ਇਹਦਾ ਮਤਲਬ ਆਪਾਂ ਕਹਿ ਸਕਦੇ ਹਾਂ ਵਧੀਆ ਤੋਂ ਵਧੀਆ ਗੱਡੀਆਂ ਹੋਣ, ਵਧੀਆ ਤੋਂ ਵਧੀਆ ਸਵਾਰੀਆਂ ਨੇ ਕਿਸੇ ਵੇਲੇ, ਕੋਈ ਅੰਤ ਹੀ ਨਹੀਂ। ਕਬਹੂ ਪਾਏ ਪਨਹੀਓ ਨਾ ਪਾਵੇ। ਕਦੇ ਉਹ ਵਕਤ ਵੀ ਆ ਜਾਂਦਾ ਹੈ ਜਾਂ ਆ ਸਕਦਾ ਹੈ ਵੀ ਚੰਗੀ ਜੁੱਤੀ ਵੀ ਪੈਰੀਂ ਪਾਉਣ ਲਈ ਨਾ ਹੋਵੇ, ਚੰਗਾ ਜੋੜਾ ਵੀ ਪੈਰਾਂ ਨੂੰ ਮੁਯੱਸਰ ਨਾ ਹੋਵੇ। ਬੰਦਾ ਵੇਖਦਾ ਹੈ, ਆਖਦਾ ਨਹੀਂ ਮੇਰੀ ਇੰਨੀ ਔਕਾਤ ਨਹੀਂ, ਮੇਰੀ ਇੰਨੀ ਸਮਰੱਥਾ ਨਹੀਂ ਵੀ ਮੈਂ ਇੰਨੇ ਪੈਸੇ ਖਰਚ ਕਰ ਸਕਾਂ। ਸਭ ਤੋਂ ਸਸਤੀ ਚੀਜ਼ ਲੈਂਦਾ, ਉਹਨੂੰ ਵੀ ਸੰਭਾਲ ਕੇ ਵਰਤਦਾ ਵੀ ਮੈਂ ਅਫੋਰਡ ਨਹੀਂ ਕਰ ਸਕਦਾ,
ਮੈਨੂੰ ਦੂਜੀ ਨਾ ਖਰੀਦਣੀ ਪੈ ਜਾਏ। ਗੁਰਬਤ ਇਸ ਕਦਰ ਹਾਵੀ ਹੋ ਜਾਂਦੀ, ਜੋੜਾ ਵੀ ਨਹੀਂ ਲੱਭਦਾ ਕਈ ਵਾਰ। ਕਹਿੰਦੇ ਨੇ ਕਬਹੂ ਖਾਟ ਸੁਪੇਦੀ ਸੁਵਾਵੈ। ਸੁਪੇਦੀ ਦਾ ਮਤਲਬ ਹੈ ਚਿੱਟੇ ਸਾਫ ਦੁੱਧ ਧੋਤੇ ਵਸਤਰ, ਐਨ ਸੇਜ ਉੱਤੇ ਖਾਟ ਉੱਤੇ ਵਿਛੇ ਹੋਏ, ਸੋਹਣੀ ਸੇਜ, ਸੋਹਣਾ ਬਿਸਤਰਾ, ਸੋਹਣੀਆਂ ਚੀਜ਼ਾਂ ਸੌਣ ਵਾਸਤੇ। ਤੇ ਕਬਹੂ ਭੂਮ ਪਿਆਰ ਨਾ ਪਾਵੈ। ਜ਼ਮੀਨ ਦੇ ਉੱਤੇ ਸੌਣਾ ਪੈਂਦਾ ਤੇ ਜ਼ਮੀਨ ਤੇ ਸੌਂਦਿਆਂ ਪਰਾਲੀ ਵੀ ਨਹੀਂ ਲੱਭਦੀ ਵੀ ਥੱਲੇ ਜਗ੍ਹਾ ਥੋੜ੍ਹੀ ਜਿਹੀ ਨਰਮ ਕਰ ਲਈਏ। ਇਹੋ ਜਿਹੀ ਸਿਚੁਏਸ਼ਨ ਵੀ ਜੀਵਨ 'ਚ ਆ ਜਾਂਦੀ ਹੈ ਜਾਂ ਆ ਸਕਦੀ ਹੈ। ਇਹ ਵੀ ਕੁਦਰਤ ਦੇ ਅੰਦਰ ਜੀਵਨ ਦਾ ਇੱਕ ਅੰਗ ਹੈ। ਫਿਰ ਫਰਮਾਉਂਦੇ ਹਨ, ਭਨਤ ਨਾਮ ਦਿਓ ਇੱਕ ਨਾਮ ਨਿਸਤਾਰੈ। ਇਹ ਨਾਮ ਦੇ ਵਾਕ ਦੋਵਾਂ ਹਾਲਤਾਂ ਵਿੱਚ ਹੀ, ਚਿੰਤਾ ਅਤੇ ਹੰਕਾਰ। ਤੇ ਦੂਜੀ ਸਿਚੁਏਸ਼ਨ ਕੀ ਹੈ? ਢਹਿੰਦੀ ਕਲਾ, ਹੀਣ ਭਾਵਨਾ, ਉਦਾਸੀ, ਮਾਯੂਸੀ, ਗਰੀਬੀ ਦਾ ਡਰ। ਕਹਿੰਦੇ ਇਹਨਾਂ ਦੋਵਾਂ ਸਿਚੁਏਸ਼ਨਾਂ 'ਚੋਂ ਪਦਾਰਥ ਆਏਗਾ ਜਾਏਗਾ, ਇਹਦੀ ਤਾਂ ਗੱਲ ਹੀ ਨਹੀਂ ਕੀਤੀ ਉਹਨਾਂ ਨੇ। ਉਹ ਕਹਿੰਦੇ ਇਹਨਾਂ ਦੋਵਾਂ ਹਾਲਤਾਂ ਵਿੱਚੋਂ ਨਿਸਤਾਰਾ ਕੇਵਲ ਪਰਮੇਸ਼ਰ ਦੀ ਯਾਦ ਹੀ ਕਰ ਸਕਦੀ ਹੈ। ਭਾਣੇ ਨੂੰ ਮੰਨਣਾ, ਹਰ ਚੀਜ਼ ਨੂੰ ਉਹਦੀ ਦਾਤ ਸਮਝਣਾ, ਇਹੀ ਮਨੁੱਖ ਦੇ ਜੀਵਨ ਦਾ ਭਲਾ ਕਰ ਸਕਦਾ ਹੈ। ਜਦੋਂ ਸੁਰਤ ਟਿਕਾ, ਮਨ ਸਟੇਬਲ ਹੁੰਦਾ ਹੈ ਤੇ ਮਨੁੱਖ ਆਪਣੇ ਆਪ ਨੂੰ ਡਿੱਗਣ ਨਹੀਂ ਦਿੰਦਾ, ਨਾ ਉਚਾਈ ਤੇ ਖਲੋ ਕੇ ਨਾ ਨਿਵਾਣ 'ਚ ਜਾ ਕੇ। ਤੋ ਫਰਮਾਉਂਦੇ ਹਨ, ਜਿਹ ਗੁਰ ਮਿਲੈ ਤੇ ਪਾਰ ਉਤਾਰੈ। ਜਿਸ ਨੂੰ ਗੁਰੂ ਮਿਲ ਜਾਂਦਾ ਹੈ, ਜਿਸ ਉੱਤੇ ਗੁਰੂ ਦੀ ਮਿਹਰ ਤੇ ਬਖਸ਼ਿਸ਼ ਹੋ ਜਾਂਦੀ ਹੈ, ਜਿਹੜਾ ਗੁਰੂ ਨੂੰ ਧਾਰਨ ਕਰਦਾ ਹੈ, ਭਾਵ ਜਿਹੜਾ ਆਤਮ ਵਿਵੇਕੀ ਹੋ ਜਾਂਦਾ ਹੈ, ਜਿਹੜਾ ਸਮੇਂ ਦੀ ਪਰਖ ਕਰਦਾ ਹੈ ਤੇ ਸੁਰਤ ਨੂੰ ਪਰਮੇਸ਼ਰ ਦੀ ਯਾਦ, ਰੱਬੀ ਗੁਣ, ਉਹਦੇ ਹੁਕਮ, ਉਹਦੇ ਭਾਣੇ ਵਿੱਚ ਇਕਾਗਰ ਚਿੱਤ ਰੱਖਦਾ ਹੈ, ਕਹਿੰਦੇ ਨੇ ਉਸ ਦਾ ਭਲਾ ਹੁੰਦਾ ਹੈ। ਉਹ ਨਾ ਚਿੰਤਾ ਦੇ ਰੋਗ ਤੋਂ ਪੀੜਤ ਹੋਏਗਾ, ਨਾ ਹਉਮੈ ਦੇ ਰੋਗ ਤੋਂ ਪੀੜਤ ਹੋਏਗਾ, ਨਾ ਮਾਯੂਸੀ, ਉਦਾਸੀ, ਢਹਿੰਦੀ ਕਲਾ ਤੇ ਬੇਹਿੰਮਤੀ ਉਹਦੇ ਜੀਵਨ ਵਿੱਚ ਆਏਗੀ। ਉਹ ਸਦਾ ਹੀ ਚੜ੍ਹਦੀ ਕਲਾ ਵਿੱਚ ਔਰ ਪੁਰ ਉਤਸ਼ਾਹ ਰਹੇਗਾ। ਗਰੀਬ ਨਵਾਜ ਮਿਹਰ ਕਰਨ। ਸ਼ਬਦ ਦਾ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।